ਬਹੁਤ ਘੱਟ ਹੁੰਦੇ ਨੇ ਅਜਿਹੇ ਲੋਕ ਜੋ ਇਤਿਹਾਸ ਦੇ ਵਿੱਚ ਆਪਣਾ ਨਾਮ ਦਰਜ ਕਰਵਾਉਂਦੇ ਨੇ। ਅਜਿਹਾ ਹੀ ਮਾਣ ਪ੍ਰਾਪਤ ਹੋਇਆ ਹੈ ਸਰਦਾਰ ਸੁਖਪਾਲ ਸਿੰਘ ਖਹਿਰਾ ਨੂੰ। ਬਹੁਤ ਘੱਟ ਹੁੰਦੇ ਨੇ ਅਜਿਹੇ ਲੋਕ ਜੋ ਇਤਿਹਾਸ ਦੇ ਵਿੱਚ ਆਪਣਾ ਨਾਮ ਦਰਜ ਕਰਵਾਉਂਦੇ ਨੇ। ਅਜਿਹਾ ਹੀ ਮਾਣ ਪ੍ਰਾਪਤ ਹੋਇਆ ਹੈ ਸਰਦਾਰ ਸੁਖਪਾਲ ਸਿੰਘ ਖਹਿਰਾ ਨੂੰ। ਤੁਸੀਂ ਦੇਖ ਰਹੇ ਹੋ ਦ ਖਬਰਸਾਰ ਤੇ ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਆਖਰ ਕਿਵੇਂ ਤੇ ਕਿਹੜਾ ਅਜਿਹਾ ਰਿਕਾਰਡ ਹੈ ਜੋ ਸਰਦਾਰ ਸੁਖਪਾਲ ਸਿੰਘ ਖਹਿਰਾ ਦੇ ਨਾਮ ਲੱਗਾ ਹੈ? ਗੱਲਬਾਤ ਕਰਾਂਗੇ। ਸਾਡੇ ਨਾਲ ਇਸ ਵੇਲੇ ਮੌਜੂਦ ਨੇ ਐਡਵੋਕੇਟ ਹਰਸਿਮਰਨ ਸਿੰਘ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਭਾਜੀ, ਬਹੁਤ ਸਵਾਗਤ ਹੈ ਦ ਖਬਰਸਾਰ। ਥੈਂਕ ਯੂ ਸੋ ਮਚ ਕਿ ਟਾਈਮ ਦਿੱਤਾ। ਭਾਜੀ ਤੁਸੀਂ ਆਪਣੀ ਜ਼ੁਬਾਨੀ ਦੱਸੋ, ਕਿਉਂਕਿ ਤੁਸੀਂ ਪਟੀਸ਼ਨਰ ਵੀ ਹੈਗੇ ਹੋ ਕੇਸ ਦੇ ਵਿੱਚ, ਇਸ ਨਾਲ ਸੰਬੰਧ ਰੱਖਦਾ ਹੈ। ਵੀ ਸੁਣਨ ਚ ਆਇਆ ਵੀ ਪੰਜਾਬ ਦੇ ਇਤਿਹਾਸ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਸਾਹਿਬ ਦਾ ਨਾਮ ਵੀ ਦਰਜ ਹੋਇਆ ਹੈ। ਕਿਉਂ ਹੋਇਆ ਤੇ ਕਿਵੇਂ ਹੋਇਆ ਜੀ? ਮੈਂ ਸਭ ਤੋਂ ਪਹਿਲਾਂ ਇਹ ਦੱਸਣਾ ਚਾਹੁੰਦਾ ਕਿ ਜਿਹੜਾ ਰੀਸੈਂਟ ਜਿਹੜਾ ਇਹਨਾਂ ਨੇ ਰੈਜ਼ਿਗਨੇਸ਼ਨ ਦਿੱਤਾ ਆ, ਜਿਹੜਾ ਕਹਿ ਰਹੇ 3 ਜੂਨ ਨੂੰ ਕਲੇਮ ਕਰ ਰਹੇ ਦਿੱਤਾ ਤੇ ਹੁਣ ਅਸੈਪਟ ਹੋਇਆ, ਇਹ ਰੈਜ਼ਿਗਨੇਸ਼ਨ ਕੋਈ ਉਹਨਾਂ ਦੇ ਦਿਲੋਂ ਨਹੀਂ ਦਿੱਤਾ ਹੋਇਆ, ਉਹਨਾਂ ਦੀ ਮਜਬੂਰੀ ਬਣ ਗਈ। ਮਜਬੂਰੀ ਇਸ ਕਰਕੇ ਬਣ ਗਈ ਕਿਉਂਕਿ ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਇੱਦਾਂ ਹੋਇਆ ਕਿ ਜਿਹੜਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਜਿਹੜੇ ਵਿਧਾਨ ਸਭਾ ਦੇ ਸਪੀਕਰ ਸਾਹਿਬ ਆ ਉਹਨਾਂ ਨੂੰ ਨੋਟਿਸ ਕੀਤਾ ਤੇ ਇੱਕ ਆਰਡਰ ਪਾਸ ਕੀਤਾ ਜਿਹਦੇ ਤੇ ਉਹਨਾਂ ਦਾ ਸਟੇਟਮੈਂਟ ਰਿਕਾਰਡ ਕੀਤੀ ਔਨ ਐਫੀਡੇਵਿਟ ਕਿ ਉਹ 3 ਮਹੀਨਿਆਂ ਦੇ ਅੰਦਰ ਅੰਦਰ ਡਿਸੀਜਨ ਦੇਣਗੇ ਇਹਨਾਂ ਦੀ ਪਟੀਸ਼ਨ ਤੇ, ਜਿਹੜੇ ਪਿਛਲੇ 2.5-3 ਸਾਲ ਤੋਂ ਪੈਂਡਿੰਗ ਪਈ ਸੀਗੀ। ਇਹ ਮੈਂ ਦੱਸ ਦੇਣਾ ਚਾਹੁੰਦਾ, ਅਸੀਂ ਪਟੀਸ਼ਨ ਜਨਵਰੀ 10 2019 ਦੀ ਪਾਈ। ਉਤੋਂ 1 ਸਾਲ ਅਸੀਂ ਵੇਟ ਕੀਤੀ ਆਪਣੇ ਸਪੀਕਰ ਸਾਹਿਬ ਦੇ ਡਿਸੀਜਨ ਦੀ ਨਾ ਆਉਣ ਕਰਕੇ ਅਸੀਂ ਹਾਈ ਕੋਰਟ ਅਪਰੋਚ ਕੀਤੀ। ਫਿਰ ਉਹਨਾਂ ਨੇ ਇਹਨਾਂ ਨੂੰ ਟਾਈਮ ਬਾਉਂਡ ਕੀਤਾ। ਉਹ ਡਿਸਕੁਆਲੀਫਿਕੇਸ਼ਨ ਦੇ ਡਰ ਤੋਂ ਉਤੋਂ ਬਚਣ ਲਈ ਇਹਨਾਂ ਨੇ ਆਪਣਾ ਰੈਜ਼ਿਗਨੇਸ਼ਨ ਜਿਹੜਾ ਅਸੈਪਟ ਕਰਵਾਇਆ। ਨਹੀਂ, ਤੁਸੀਂ ਕਹਿ ਰਹੇ ਹੋ ਵੀ ਸਪੀਕਰ ਸਾਹਿਬ ਨੂੰ ਵੀ ਨੋਟਿਸ ਹੋਇਆ ਹੋਵੇ ਮਾਨਯੋਗ ਕੋਰਟ ਵੱਲੋਂ, ਹਾਈ ਕੋਰਟ ਵੱਲੋਂ, ਉਹ ਵੀ ਪਹਿਲੀ ਵਾਰ ਹੋਇਆ ਇਤਿਹਾਸ? ਜੀ ਬਿਲਕੁਲ ਪਹਿਲੀ ਵਾਰ, ਫॉर द ਵੈਰੀ ਫਸਟ ਟਾਈਮ। ਕਿਉਂਕਿ ਜਿਹੜਾ ਕੋਈ ਵੀ ਕੋਰਟ ਆ ਉਹ ਇਹੋ ਜਿਹੇ ਮਾਮਲਿਆਂ ਦੇ ਵਿੱਚ ਉਹ ਇੰਟਰਵੀਨ ਨਹੀਂ ਕਰਦੇ, ਬਟ ਇੱਥੇ ਇੱਕ ਸੀਰੀਅਸ ਕੁਐਸਚਨ ਆਫ ਲਾਅ, ਮਤਲਬ ਇੱਕ ਬੜੀ ਵੱਡੀ ਜਿਹੜਾ ਕਹਿ ਸਕਦੇ ਆ ਗਲਤ ਤਰੀਕੇ ਦੇ ਨਾਲ ਜਿਹੜਾ ਲਾਅ ਨੂੰ ਇਸਤੇਮਾਲ ਕੀਤਾ ਜਾ ਰਿਹਾ ਸੀਗਾ। ਕਹਿਣ ਦਾ ਮਤਲਬ ਐਂਟੀ ਡਿਫੈਕਸ਼ਨ ਲਾਅ ਲੱਗਦਾ ਉਹ ਇਸੇ ਕਰਕੇ ਬਣਾਇਆ ਕਿ ਜਿਹੜੀ ਵਿਧਾਨ ਸਭਾ ਦੀ ਗਰਿਮਾ ਆ ਉਹਨੂੰ ਕੋਈ ਠੇਸ ਨਾ ਪਹੁੰਚੇ। ਇਹਨਾਂ ਨੇ ਕੀ ਕੀਤਾ, ਇਹਨਾਂ ਨੇ 3-4 ਵਾਰੀ ਪਾਰਟੀ ਬਦਲੀ। ਪਹਿਲਾਂ ਤਾਂ ਇਹ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਇਲੈਕਸ਼ਨ ਲੜੇ, ਫਿਰ ਉੱਥੋਂ ਰਿਜ਼ਾਈਨ ਦਿੱਤਾ, ਫਿਰ ਆਪਣੀ ਪਾਰਟੀ ਬਣਾਈ, ਉੱਥੋਂ ਇਲੈਕਸ਼ਨ ਲੜੇ, ਫਿਰ ਉਸ ਪਾਰਟੀ ਨੂੰ ਵੀ ਛੱਡ ਕੇ ਉਸ ਤੋਂ ਬਾਅਦ ਕਾਂਗਰਸ 'ਚ ਆਏ। ਅਤੇ ਇਹਨਾਂ ਨੇ ਮਲਟੀਪਲ ਟਾਈਮਸ, ਮੈਂ ਤੁਹਾਨੂੰ ਦੱਸਣਾ ਕਿ 25 ਅਪ੍ਰੈਲ 2019 ਨੂੰ ਪਹਿਲਾ ਅਸਤੀਫਾ ਦਿੱਤਾ। ਉਸ ਤੋਂ ਬਾਅਦ ਉਹ ਅਸਤੀਫਾ 23 ਅਕਤੂਬਰ ਨੂੰ ਇਹਨਾਂ ਨੇ ਵਾਪਸ ਲੈ ਲਿਆ। ਉਸ ਤੋਂ ਬਾਅਦ ਇਹਨਾਂ ਨੇ ਫਿਰ ਅਸਤੀਫਾ ਦਿੱਤਾ 3 ਜੂਨ ਨੂੰ 2021 ਨੂੰ। ਹੁਣ ਰੀਸੈਂਟਲੀ ਇਹਨਾਂ ਨੂੰ ਇਹ ਡਰ ਸੀਗਾ ਇਹਨਾਂ ਡਿਸਕੁਆਲੀਫਾਈ ਹੋ ਜਾਣਾ, ਕਿਉਂਕਿ ਇਹਨਾਂ ਨੂੰ ਪਹਿਲਾਂ ਇਹ ਯਕੀਨ ਸੀਗਾ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਰੂਲ ਨੇਗੇ ਡਿਸਕੁਆਲੀਫਿਕੇਸ਼ਨ ਦੇ। ਪਰ ਇੱਕ ਜਜਮੈਂਟ ਹੈ ਸੁਪਰੀਮ ਕੋਰਟ ਦੀ ਜਿਸ 'ਚ ਬੜਾ ਕਲੀਅਰਲੀ ਹੈ ਕਿ ਸਪੀਕਰ ਸਾਹਿਬ ਜਿਹੜੇ ਉਹ ਅਨਲਿਮਟਿਡ ਟਾਈਮ ਲਈ ਇੱਕ ਪਟੀਸ਼ਨ ਦੇ ਉੱਤੇ ਨਹੀਂ ਬੈਠ ਸਕਦੇ, ਉਹਨਾਂ ਨੂੰ ਡਿਸਾਈਡ ਕਰਨਾ ਪੈਣਾ। ਅਤੇ ਪਲੱਸ ਜੇ ਰੂਲ ਨਹੀਂ ਹੈ ਤਾਂ ਵੀ ਉਹ ਡਿਸਾਈਡ ਕਰ ਸਕਦੇ ਆ, ਨਹੀਂ ਤਾਂ ਕੋਰਟ ਡਿਸਾਈਡ ਕਰੂਗੀ। ਇਸ ਕਰਕੇ ਜਿਹੜਾ ਇਹਨਾਂ ਨੇ ਰੈਜ਼ਿਗਨੇਸ਼ਨ ਆਪਣਾ ਕਰਵਾਇਆ। ਅਤੇ ਨਾਲ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਰੈਜ਼ਿਗਨੇਸ਼ਨ ਅਸੈਪਟ ਕੀਤਾ ਗਿਆ ਸਪੀਕਰ ਸਾਹਿਬ ਵੱਲੋਂ, ਉਹ ਵੀ ਸੁਪਰੀਮ ਕੋਰਟ ਦੀ ਜਿਹੜੀ ਜਜਮੈਂਟ ਆ ਉਹਦੇ ਲਾਈਨਸ ਦੇ ਵਿੱਚ ਫਾਲ ਨਹੀਂ ਕਰਦਾ, ਉਹ ਵੀ ਗਲਤ ਆ। ਕਿਉਂਕਿ ਰੈਜ਼ਿਗਨੇਸ਼ਨ ਜਿਹੜਾ ਆ ਉਹ ਬਾਅਦ 'ਚੋਂ ਦਿੱਤਾ ਗਿਆ, ਡਿਸਕੁਆਲੀਫਿਕੇਸ਼ਨ ਪਟੀਸ਼ਨ ਪਹਿਲਾਂ ਸੀਗੀ। ਸੋ ਉਹ ਡਿਸਕੁਆਲੀਫਾਈ ਪਹਿਲਾਂ ਹੋਣਗੇ, ਉਸ ਤੋਂ ਬਾਅਦ ਰੈਜ਼ਿਗਨੇਸ਼ਨ ਦੀ ਗੱਲ ਬਹੁਤ ਦੂਰ ਰਹਿ ਜਾਂਦੀ। ਡਿਸਕੁਆਲੀਫਿਕੇਸ਼ਨ ਤੇ ਪਹਿਲਾਂ ਜਿਹੜਾ ਹੈ ਫੈਸਲਾ ਲਿਆ ਜਾਵੇਗਾ ਤੇ ਅਸਤੀਫੇ ਦੇ ਬਾਅਦ ਦੇ ਵਿੱਚ। ਦੇਖੋ ਰਿਜ਼ਲਟ ਦੇਖਣ ਨੂੰ ਜੇ ਆਪਾਂ ਬਿਲਕੁਲ ਕੱਚਾ ਦੇਖੀਏ ਤੇ ਕੱਚੇ 'ਚ ਇਹ ਲੱਗਦਾ ਡਿਸਕੁਆਲੀਫਿਕੇਸ਼ਨ ਤੇ ਰੈਜ਼ਿਗਨੇਸ਼ਨ ਇੱਕ ਜੀ ਚੀਜ਼ ਹੈ, ਕਿਉਂਕਿ ਸੀਟ ਵੇਕੈਂਟ ਹੋ ਗਈ। ਪਰ ਬਹੁਤ ਫਰਕ ਆ, ਕਿਉਂਕਿ ਇਹ ਡਿਸਕੁਆਲੀਫਾਈ ਹੋ ਰਿਹਾ ਜਨਵਰੀ 2019 ਦੇ, ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜੀ ਇਹਨਾਂ ਨੇ ਤਨਖਾਹ ਲਈ ਉਹਨੂੰ ਕਿੱਦਾਂ ਜਸਟੀਫਾਈ ਕਰਨਗੇ। 4.5 ਸਾਲ ਇਹ ਸਾਡੇ ਹਲਕੇ 'ਚ, ਜਿਹੜਾ ਭਲਾਥ ਹਲਕਾ ਮੈਂ ਉੱਥੇ ਦਾ ਵੋਟਰ ਆ, ਉੱਥੇ ਆਏ ਨਹੀਂ, ਇਹ ਬਠਿੰਡੇ ਰਹੇ। ਜੋ ਇਹਨਾਂ ਦੇ ਮਨ 'ਚ ਆਇਆ ਇਹਨਾਂ ਨੇ ਕੀਤਾ, ਕਿਉਂਕਿ ਇਹਨਾਂ ਦਾ ਵੀ ਕਿਤੇ ਫੈਮਿਲੀ ਬੈਕਗਰਾਊਂਡ, ਇਹਨਾਂ ਦੇ ਕਾਫੀ ਰਿਲੇਟਿਵਸ ਜਿਹੜੇ ਆ ਉਹ ਲਾਅ ਪ੍ਰੋਫੈਸ਼ਨ ਦੇ ਨਾਲ ਰਿਲੇਟਡ ਹੈ। ਇਹਨਾਂ ਨੂੰ ਪਤਾ ਸੀਗਾ ਕਿ ਇਹ ਲੂਪ ਹੋਲ, ਉਹਨੇ ਇਹਨਾਂ ਨੇ ਅਬਿਊਜ਼ ਕੀਤਾ ਲਾਅ ਨੂੰ। ਪਰ ਤੁਹਾਨੂੰ ਇਹ ਪਤਾ ਕਿ ਦੇਰ ਹੋ ਸਕਦੀ ਹੈ, ਪਰ ਜਿਹੜੀ ਕਾਨੂੰਨ ਦੀ ਚੱਕੀ ਉਹ ਪੀਂਦੀ ਜ਼ਰੂਰ ਹੈ, ਪਰ ਪੀਂਦੀ ਬਰੀਕ ਆ। ਫਿਰ ਉਹੀ ਗੱਲ ਹੈ, ਉਹਦੇ ਚੱਕਰ 'ਚ ਉਸ ਡਰ ਕਰਕੇ ਇਹਨਾਂ ਨੇ ਇੱਥੋਂ ਜਿਹੜਾ ਰਿਜ਼ਾਈਨ ਕੀਤਾ। ਇਹਨਾਂ ਨੇ ਜਾਣ ਬੁੱਝ ਕੇ ਅੱਗੇ ਵੀ ਅਸਤੀਫਾ ਦਿੱਤਾ ਤੇ 3-4 ਪੇਜਾਂ ਦਾ, ਹੁਣ ਵੀ ਜਾਣ ਕੇ ਇੱਦਾਂ ਦਿੱਤਾ ਸੀ ਕਿ ਐਕਸੈਪਟ ਨਾ ਹੋ ਸਕੇ। ਭਾਜੀ ਫਾਰਮੈਟ ਦੀ ਬੜੀ ਗੱਲ ਆਉਂਦੀ ਹੈ ਵੀ ਅਸਤੀਫਾ ਸਹੀ ਫਾਰਮੈਟ ਦੇ ਵਿੱਚ ਨਹੀਂ ਸੀਗਾ, ਇਸ ਕਰਕੇ ਪਹਿਲਾਂ ਪ੍ਰਵਾਨ ਨਹੀਂ ਹੋਇਆ, ਜਾਂ ਜਿਵੇਂ ਤੁਸੀਂ ਕਹਿ ਰਹੇ ਹੋ
3 ਵਾਰ ਅਸਤੀਫਾ ਦੇ ਚੁੱਕੇ ਨੇ। ਪਹਿਲਾਂ ਅਸਤੀਫਾ ਦਿੱਤਾ, ਫਿਰ ਵਾਪਸ ਲਿਆ, ਫਿਰ ਅਸਤੀਫਾ ਦਿੱਤਾ ਜੂਨ ਮਹੀਨੇ ਦੇ ਵਿੱਚ, ਤੇ ਹੁਣ ਦੁਬਾਰਾ ਮੇਰੇ ਖਿਆਲ ਸਪੀਕਰ ਸਾਹਿਬ ਨੇ ਖੁਦ ਹੀ ਕਿਹਾ ਵੀ ਆ ਕੇ ਰਿਜ਼ਾਈਨ ਦੇ ਦਿਓ ਤੁਸੀਂ। ਜੀ ਜੀ ਬਿਲਕੁਲ ਬਿਲਕੁਲ। ਗੱਲ ਇੱਦਾਂ ਹੈ, ਜਿਹੜਾ ਫਾਰਮੈਟ ਆ ਇਹਦੇ ਵਿੱਚ ਮੇ ਵੀ ਮੈਨੂੰ ਲੱਗਦਾ ਕਿ ਕਿਤੇ ਪੜ੍ਹਨ 'ਚ ਗਲਤੀ ਹੈ। ਜਿਹੜਾ ਰੂਲ ਆ ਉਹ ਰੂਲ ਮੈਂ ਤੁਹਾਨੂੰ ਦਿਖਾ ਵੀ ਦਊਂਗਾ। ਉਹ ਰੂਲ ਦੇ ਵਿੱਚ ਇਹ ਆ ਕਿ ਚਾਹੇ ਅਸਤੀਫਾ 100 ਪੇਜ ਦਾ ਕਿਉਂ ਨਾ ਹੋਵੇ, ਉਹਦੇ 'ਚ ਕਿਤੇ ਨਾ ਕਿਤੇ ਇਹ ਜ਼ਰੂਰ ਮੈਂਸ਼ਨ ਹੋਣਾ ਚਾਹੀਦਾ ਕਿ ਆਈ ਹੇਅਰ ਬਾਈ ਰਿਜ਼ਾਈਨ ਫਰੋਮ ਦੀ ਪੋਸਟ ਆਫ, ਜਾਂ ਫਿਰ ਮੈਂ ਮੈਂਬਰਸ਼ਿਪ ਤੋਂ ਜਿਹੜੀ ਲੈਜਿਸਲੇਟਿਵ ਅਸੈਂਬਲੀ ਉਹ ਤੋਂ ਮੈਂ ਅਸਤੀਫਾ ਦੇ ਰਿਹਾ, ਮੈਂ ਰੈਜ਼ਿਗਨੇਸ਼ਨ ਦੇ ਰਿਹਾ। ਉਹ ਸਪੀਕਰ ਸਾਹਿਬ ਦੀ ਡਿਸਕ੍ਰਿਸ਼ਨ ਹੈ ਸਿਰਫ ਉਨੀ ਲਾਈਨ ਪੜ੍ਹਨੀ, ਬਾਕੀ ਪੜ੍ਹਨ ਦੀ ਕੋਈ ਲੋੜ ਨਹੀਂ। ਫਿਰ ਹੁਣ ਸਿਰਫ ਹਾਈ ਕੋਰਟ ਦੇ ਮਤਲਬ ਕਿ ਮਾਨਯੋਗ ਕੋਰਟ ਦੇ ਤੁਸੀਂ ਕਹਿ ਲਓ ਦਖਲਅੰਦਾਜ਼ੀ ਤੋਂ ਬਾਅਦ ਜਾਂ ਡੰਡੇ ਤੋਂ ਬਾਅਦ ਮੈਂ ਕਹਾਂਗਾ ਵੀ ਅਸਤੀਫਾ ਮੰਗਿਆ ਗਿਆ ਹੈ, ਇੰਨਾ ਡਿਲੇ ਕਿਉਂ ਕੀਤਾ ਗਿਆ? ਜੇ ਅਸਤੀਫਾ ਲੈਣਾ ਹੀ ਸੀ, ਹੁਣ ਵੈਸੇ ਵੀ ਇਲੈਕਸ਼ਨਸ ਨੇੜੇ ਆ ਗਏ ਨੇ, ਜਾਂ ਇਸ ਕਰਕੇ ਕਿ ਪਾਰਟੀ ਕਿਤੇ ਟੁੱਟ ਨਾ ਜਾਵੇ, ਜਾਂ ਬਾਈ ਇਲੈਕਸ਼ਨ ਜਿਵੇਂ ਪਹਿਲਾਂ ਇੱਕ ਬਾਈ ਇਲੈਕਸ਼ਨ ਹਾਰੇ ਨੇ ਇਹ, ਤੇ ਕਿਤੇ ਹੁਣ ਦੁਬਾਰਾ ਨਾ ਬਾਈ ਇਲੈਕਸ਼ਨ ਹਾਰ ਜਾਣ ਜਿਵੇਂ ਦਾਖਾਂ ਵਿੱਚ ਹੋਇਆ, ਕਿਤੇ ਭੁਲੱਥ ਵਿੱਚ ਵੀ ਨਾ ਹੋ ਜਾਵੇ। ਇਹ ਬਿਲਕੁਲ ਇਹਨੂੰ ਹੀ ਕਹਿੰਦੇ ਪੋਲੀਟੀਕਲ ਕਨਵੀਨੀਅੰਸ ਇਸੇ ਚੀਜ਼ ਦੇ ਵਿੱਚ ਸੀਗੀ। ਕਿਉਂਕਿ ਇੱਕ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਬਾਈ ਇਲੈਕਸ਼ਨ ਕਰਾਉਣ ਲਈ ਵੀ ਨਾ ਇਲੈਕਸ਼ਨ ਕਮਿਸ਼ਨ ਕੋ ਇੱਦਾਂ ਦੇਖਣਾ ਪੈਂਦਾ ਉਹਨਾਂ ਨੂੰ ਕਿ ਜੇ ਤੇ ਲਾਸਟ ਈਅਰ ਆਫ ਇਲੈਕਸ਼ਨ ਆ, ਨਾਰਮਲੀ ਕੀ ਹੁੰਦਾ 6 ਮੰਥ ਤੋਂ ਵੱਧ ਜਿਹੜੀ ਕੋਈ ਸੀਟ ਵੇਕੈਂਟ ਨਹੀਂ ਰਹਿ ਸਕਦੀ। ਜੇ ਇਲੈਕਸ਼ਨ ਨੂੰ ਜੇ 2 ਸਾਲ ਦਾ ਟਾਈਮ ਪਿਆ ਜਾਂ 3 ਦਾ ਪਿਆ, ਉਹਨਾਂ ਨੂੰ 6 ਮੰਥ ਦੇ ਅੰਦਰ ਅੰਦਰ ਕਰਾਉਣਾ ਪੈਂਦਾ। ਪਰ ਨਾਰਮਲੀ ਕੀ ਹੁੰਦਾ ਹੈ, ਜਦੋਂ ਬਿਲਕੁਲ ਲਾਸਟ ਈਅਰ ਆਫ ਇਲੈਕਸ਼ਨ ਆ, ਜੇ 8 ਮਹੀਨੇ ਵੀ ਪਏ, ਜੇ ਸਾਲ ਵੀ ਪਿਆ ਇਲੈਕਸ਼ਨ ਜਿਹੜੇ ਨੈਕਸਟ ਜਨਰਲ ਇਲੈਕਸ਼ਨ ਆ, ਤਾਂ ਉਹ ਫਿਰ 1 ਸਾਲ ਵੇਟ ਕਰਦੇ ਆ। ਤਾਂ ਇਹਨਾਂ ਦੀ ਮੇਨ ਕੋਸ਼ਿਸ਼ ਇਹ ਸੀਗੀ ਕਿ ਲਾਸਟ ਸਾਲ ਤੱਕ ਕਿਸੇ ਤਰੀਕੇ ਗੱਲ ਨੂੰ ਪਹੁੰਚਾਇਆ ਜਾਵੇ। ਸੋ ਇਹ ਸਕਸੈਸਫੁਲ ਰਹੇ ਉਸ ਚੀਜ਼ ਦੇ ਵਿੱਚ। ਅਸੀਂ ਵੀ ਨਹੀਂ ਚਾਹੁੰਦੇ ਸੀ ਬਾਈ ਇਲੈਕਸ਼ਨ ਹੋਵੇ, ਅਸੀਂ ਚਾਹੁੰਦੇ ਸੀਗੇ ਕਿ ਇਹਨਾਂ ਨੇ ਜੇ ਤਨਖਾਹ ਲਈ ਹੈ ਆਪਣੀ ਤਨਖਾਹ ਜਸਟੀਫਾਈ ਕਰਨ, ਹਲਕੇ ਜਾ ਕੇ ਕੰਮ ਕਰਨ, ਜਿਹੜਾ ਇਹਨਾਂ ਨੇ ਬਿਲਕੁਲ ਵੀ ਨਹੀਂ ਕੀਤਾ। ਹਲਕੇ ਹੁਣ ਰੈਜ਼ਿਗਨੇਸ਼ਨ ਹੋ ਚੁੱਕਿਆ, ਅਸਤੀਫਾ ਹੋ ਚੁੱਕਾ, ਮਨਜ਼ੂਰ ਵੀ ਹੋ ਗਿਆ ਅਸਤੀਫਾ, ਤੇ ਹੁਣ ਜੋ ਤਨਖਾਹਾਂ ਲੈ ਚੁੱਕੇ ਨੇ ਸੁਖਪਾਲ ਸਿੰਘ ਖਹਿਰਾ ਸਾਹਿਬ, ਜਾਂ ਜੋ ਭੱਤੇ ਲੈ ਚੁੱਕੇ ਨੇ ਸੁਖਪਾਲ ਸਿੰਘ ਖਹਿਰਾ ਸਾਹਿਬ, ਅਸਤੀਫੇ ਤੋਂ ਬਾਅਦ ਉਹਨਾਂ ਤੇ ਕੁਝ ਅਸਰ ਪਏਗਾ ਜਾਂ ਫਿਰ ਨਹੀਂ? ਨਹੀਂ, ਗੱਲ ਇੱਦਾਂ ਹੈ ਕਿ ਅਸਤੀਫਾ ਇਹਨਾਂ ਦਾ 19 ਅਕਤੂਬਰ ਤੋਂ ਗਿਣਿਆ ਜਾਊਗਾ। ਉਦੋਂ ਤੱਕ ਇਹਨਾਂ ਦੀ ਸੈਲਰੀ ਉਹ ਜਸਟੀਫਾਈਡ ਆ। ਜੇ ਰੈਜ਼ਿਗਨੇਸ਼ਨ ਸਹੀ ਤਰੀਕੇ ਨਾਲ, ਮੈਂ ਉਹਨੂੰ ਇਲੀਗਲ ਕਹੂੰਗਾ, ਗਲਤ ਕਹੂੰਗਾ, ਕਿਉਂਕਿ ਡਿਸਕੁਆਲੀਫਾਈਡ ਆ। ਇਸ ਕਰਕੇ 2019 ਤੋਂ ਲੈ ਕੇ ਹੁਣ ਤੱਕ ਦੀ ਜਿਹੜੀ ਤਨਖਾਹ ਆ, ਉਹ ਜਿਹੜੀ ਇੰਨੀ ਤਨਖਾਹ ਗਲਤ ਤਰੀਕੇ ਨਾਲ ਇਹਨਾਂ ਦੇ ਲਈ, ਜਿਹੜੇ ਪੱਤੇ ਲਏ ਗਲਤ ਲਏ, ਜਿਹੜੀ ਇੰਨੀ ਸਿਕਿਉਰਿਟੀ ਨਾਲ ਲਈ ਫਿਰੇ ਉਹ ਵੀ ਗਲਤ। ਅਸੀਂ ਇਸ ਚੀਜ਼ ਨੂੰ ਅੱਗੋਂ ਹੋਰ ਪਰਸਿਊ ਕਰ ਰਹੇ ਹਾਂ, ਆਪਾਂ ਇੱਥੇ ਛੱਡ ਨਹੀਂ ਰਹੇ। ਇਹ ਐਕਸ MLA ਤੇ ਹੋ ਗਏ ਆ, ਡਿਸਕੁਆਲੀਫਾਈ ਹੋ ਕੇ ਵੀ ਐਕਸ MLA ਰਹਿਣਗੇ, ਪਰ ਆਪਾਂ ਜਿਹੜਾ ਇਹ ਜਿਹੜੀ ਕਹਿ ਸਕਦੇ ਰੈਜ਼ਿਗਨੇਸ਼ਨ ਤੋਂ ਡਿਸਕੁਆਲੀਫਿਕੇਸ਼ਨ ਤੱਕ ਇਹਨਾਂ ਨੂੰ ਪਹੁੰਚਾ ਕੇ ਰਵਾਂਗੇ। ਤੇ ਜਿਵੇਂ ਅਸੀਂ ਸ਼ੁਰੂਆਤ ਕੀਤੀ ਸੀ ਵੀ ਸੁਖਪਾਲ ਸਿੰਘ ਖਹਿਰਾ ਦੇ ਨਾਮ ਇੱਕ ਰਿਕਾਰਡ ਲੱਗਾ ਹੈ, ਉਹ ਰਿਕਾਰਡ ਕਿਵੇਂ ਪੰਜਾਬ ਦੇ ਲੋਕ ਸਮਝਣ? ਦੇਖੋ, ਰਿਕਾਰਡ ਇੱਦਾਂ ਆ ਕਿ ਪਹਿਲੇ ਮੇਰੇ ਖਿਆਲ MLA ਹੋਣੇ ਆ ਜਿਨ੍ਹਾਂ ਨੇ ਇੱਕ ਟਰਮ ਦੇ ਵਿੱਚ ਇੰਨੀ ਵਾਰੀ ਪਾਰਟੀ ਬਦਲੀ। ਉਸ ਤੋਂ ਬਾਅਦ ਇਹਨਾਂ ਕਰਕੇ ਹੀ ਪਹਿਲੀ ਵਾਰੀ ਹਾਈ ਕੋਰਟ ਤੋਂ ਜਿਹੜਾ ਸਪੀਕਰ ਸਾਹਿਬ ਨੂੰ ਜਿਹੜਾ ਨੋਟਿਸ ਹੋਇਆ, ਇਹਨਾਂ ਕਰਕੇ ਹੀ ਪੰਜਾਬ ਵਿਧਾਨ ਸਭਾ 'ਚ ਆਉਣ ਵਾਲੀ ਟਰਮ ਜੇ ਨਾ ਇੱਦਾਂ ਦਾ ਕਰਦੇ ਤਾਂ ਉਹ ਜਿਹੜੀ ਅਗਲੀ ਵਾਰੀ ਵੀ ਐਂਟੀ ਡਿਫੈਕਸ਼ਨ ਲਾਅ ਦੇ ਜਿਹੜੇ ਰੂਲ ਆ, ਜਿਹੜੇ ਪੰਜਾਬ ਅਸੈਂਬਲੀ ਜਿਹੜੇ ਪਿਛਲੇ 35 ਸਾਲਾਂ ਤੋਂ ਨਹੀਂ ਲੱਗੇ, ਉਹ ਹੁਣ ਜਿਹੜੇ ਅਪਲਾਈ ਹੋਣਗੇ ਅੱਗੇ ਤੋਂ। ਹੁਣ ਅਪਲਾਈ ਹੋਣਗੇ? ਬਿਲਕੁਲ ਬਿਲਕੁਲ। 30 ਸਿਟਿੰਗਸ ਚਾਹੀਦੀਆਂ ਸੀਗੀਆਂ ਜੀ ਇਹਨਾਂ ਨੂੰ, ਤੇ 30 ਸਿਟਿੰਗਸ ਆਲਮੋਸਟ ਕੰਪਲੀਟ ਹੋ ਚੁੱਕੀਆਂ। ਤੇ ਹੁਣ ਅੱਗੇ ਕੋਈ ਵੀ MLA ਜਿਹੜਾ ਕੁਛ ਇੱਦਾਂ ਦਾ ਕਰੂਗਾ ਤਾਂ ਉਹਨੂੰ ਜਿਹੜੀ ਐਂਟੀ ਡਿਫੈਕਸ਼ਨ ਲਾਅ ਦਾ ਜਿਹੜਾ ਮਿਊਜ਼ਿਕ ਹੈ ਉਹ ਫੇਸ ਕਰਨਾ ਪਊਗਾ। ਤੇ ਪੰਜਾਬ ਦੇ ਵਿੱਚ ਹੁਣ ਤੱਕ ਇਹ ਲਾਅ ਲਾਗੂ ਕਿਉਂ ਨਹੀਂ ਸੀ? ਬਾਕੀ ਸੂਬਿਆਂ 'ਚ ਲਾਗੂ ਹੈ। ਦੇਖੋ, ਗੱਲ ਇੱਦਾਂ ਆ ਕਿ ਉਹ ਵੀ ਫਿਰ ਕਹੂੰਗਾ ਪੋਲੀਟੀਕਲ ਕਨਵੀਨੀਅੰਸ। ਲਾਅ ਲਾਗੂ ਕਰਨਾ ਕਿੰਨਾ ਨੇ ਆ? ਲਾਅ ਇਹਨਾਂ ਨੇ ਲਾਗੂ ਕਰਨਾ, ਜਿੰਨੇ ਐਂਟੀ ਡਿਫੈਕਸ਼ਨ ਲਾਅ ਜਿਹੜਾ ਫੇਸ ਕਰਨਾ ਆ ਉਸੇ ਨੇ ਤੇ ਲਾਅ ਲਾਗੂ ਕਰਨਾ। ਤੇ ਇਸ ਚੀਜ਼ ਦਾ ਵੀ ਰੌਲਾ ਆ। ਇੰਡੀਅਨ ਜਿਹੜਾ ਲਾਅ ਆ ਇਹਦੇ ਵਿੱਚ ਕਿਤੇ ਨਾ ਕਿਤੇ ਚਲੋ ਵਿਦ ਟਾਈਮ ਅੱਗੇ ਮੈਂ ਕਹਿੰਦਾ ਚੰਗੀ ਸੋਚ ਵਾਲੇ ਬੰਦੇ ਆਉਣ। ਅੱਗੇ ਵੀ ਮੈਂ ਕਈ ਵਾਰੀ ਸੁਣਦਾ, ਕਹਿੰਦੇ ਜਿੰਨੇ ਵੱਧ ਲਾਅ ਮੇਕਰਸ, ਜਿੰਨੇ ਐਡਵੋਕੇਟਸ ਜਾਂ ਵਧੀਆ ਪ੍ਰੋਫੈਸ਼ਨ ਦੇ ਪੜ੍ਹੇ ਹੋਏ ਬੰਦੇ ਜਦੋਂ ਆਉਣਗੇ ਅੱਗੇ, ਤਾਂ ਚੰਗੀ ਨੀਅਤ ਹੋਣੀ ਚਾਹੀਦੀ, ਚੰਗੇ ਕੰਮ ਹੁੰਦੇ ਰਹਿਣਗੇ। ਬਿਲਕੁਲ ਲਾਅ ਦੇ ਹਿਸਾਬ ਨਾਲ ਜਿਹੜਾ ਪ੍ਰੋਸੈਸ ਚੱਲੂਗਾ ਸਿਸਟਮ, ਤਾਂ ਹੀ ਅੱਗੇ ਵਧੂਗਾ, ਨਹੀਂ ਤਾਂ ਸਿਸਟਮ ਇੱਥੇ ਕੋਲੈਪਸ ਹੋ ਜਾਊਗਾ। ਮੇਰਾ ਆਖਰੀ ਸਵਾਲ, ਤੁਸੀਂ ਕਿਹਾ ਲਾਅ ਦੇ ਹਿਸਾਬ ਨਾਲ ਜਿਹੜਾ ਸਿਸਟਮ ਚੱਲੇਗਾ ਉਹੀ ਅੱਗੇ ਵਧੇਗਾ। ਕੀ ਤੁਹਾਨੂੰ ਲੱਗਦਾ ਹੈ ਕਿ ਲਾਅ ਦੇ ਹਿਸਾਬ ਦੇ ਨਾਲ ਜਿਹੜਾ ਰੈਜ਼ਿਗਨੇਸ਼ਨ ਹੁਣ ਹੋਇਆ ਹੈ, ਇਸ ਨੂੰ ਤੁਸੀਂ ਮਾਨਯੋਗ ਕੋਰਟ ਦੇ ਵਿੱਚ ਡਿਸਕੁਆਲੀਫਿਕੇਸ਼ਨ ਤੱਕ ਲੈ ਕੇ ਜਾ ਸਕੋਗੇ? ਜੀ ਬਿਲਕੁਲ, 100%। ਸੁਪਰੀਮ ਕੋਰਟ ਦੀ ਜਜਮੈਂਟ ਆ ਇਹ ਸੇਮ ਇੱਦਾਂ ਦਾ ਕਿਸੇ ਹੋਰ ਅਸੈਂਬਲੀ ਦੇ ਵਿੱਚ ਇੱਦਾਂ ਹੋਇਆ ਸੀ। ਉਹਦੇ 'ਚ 13 MLA ਸੀਗੇ। ਉਹ 13 MLAs ਨੂੰ ਉਹਨਾਂ ਨੇ ਰਾਦਰ ਦੈਨ ਕਿ ਉਹਨਾਂ ਨੂੰ ਡਿਸਕੁਆਲੀਫਾਈ ਕਰਦੇ, ਉਹਨੂੰ ਐਜ਼ ਅ ਸਪਲਿਟ ਕੰਸੀਡਰ ਕਰਕੇ ਤੇ ਉਹਨਾਂ ਨੇ ਉਹਨਾਂ ਨੂੰ ਮਤਲਬ ਸਹੀ ਕਰਾਰ ਦਿੱਤਾ। ਜਦ ਸੁਪਰੀਮ ਕੋਰਟ 'ਚ ਗਏ ਉਹਨਾਂ ਨੇ, ਸੁਪਰੀਮ ਕੋਰਟ ਨੇ ਖੁਦ ਡਿਸਕੁਆਲੀਫਾਈ ਕੀਤੇ।
ਕਿਉਂਕਿ ਇਹਦੇ 'ਚ ਵੀ ਇਦਾਂ ਹੋਣਾ ਸੀਗਾ। ਇਹਦੇ ਜੇ ਸਪੀਕਰ ਸਾਹਿਬ ਜੇ 3 ਮਹੀਨਿਆਂ ਦੇ ਵਿੱਚ ਨਾ ਡਿਸੀਜਨ ਲੈਂਦੇ ਤਾਂ ਕੰਟੈਂਪਟ ਦੀ ਪ੍ਰੋਸੀਡਿੰਗ ਤਾਂ ਚਲੋ ਹੋਣੀ ਸੀਗੀ, ਉਹਨਾਂ ਦੇ ਖਿਲਾਫ ਹੁੰਦੀ, ਚੇਅਰ ਦੇ ਖਿਲਾਫ ਉਹ ਅਲੱਗ ਚੀਜ਼ ਆ। ਪਰ ਨਾਲ ਦੀ ਨਾਲ ਕੋਰਟ ਨੂੰ ਵੀ ਇਸ ਚੀਜ਼ ਤੇ ਖੁਦ ਡਿਸੀਜਨ ਜਿਹੜਾ ਉਹ ਮਤਲਬ ਦੇ ਆਰ ਵੈਰੀ ਵੈਲ ਵਿਦਨ ਯੂਰਿਸਡਿਕਸ਼ਨ ਕਿ ਉਹ ਦੇ ਸਕਦੇ ਸੀ ਡਿਸੀਜਨ, ਉਹ ਖੁਦ ਵੀ ਡਿਸਕੁਆਲੀਫਾਈ ਕਰ ਸਕਦੇ ਸੀਗੇ। ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਐਡਵੋਕੇਟ ਹਰਸਿਮਰਨ ਸਿੰਘ। ਸੁਖਪਾਲ ਸਿੰਘ ਖਹਿਰਾ ਨੇ ਅਸਤੀਫਾ ਬੇਸ਼ੱਕ ਦੇ ਦਿੱਤਾ ਹੈ, ਪਰ ਜਿਵੇਂ ਐਡਵੋਕੇਟ ਸਾਹਿਬ ਨੇ ਵੀ ਦੱਸਿਆ ਹੈ, ਕੁਝ ਕੁ ਚੀਜ਼ਾਂ ਪਹਿਲੀ ਵਾਰ ਇਤਿਹਾਸ 'ਚ ਹੋਈਆਂ ਪੰਜਾਬ 'ਤੇ। ਮਾਣਯੋਗ ਕੋਰਟ ਵੱਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਨੋਟਿਸ ਕਰਨਾ ਇਹ ਇਤਿਹਾਸ 'ਚ ਪਹਿਲੀ ਵਾਰ ਹੋਇਆ ਹੈ। ਸਤਿਕਾਰਯੋਗ ਸਰਦਾਰ ਸੁਖਪਾਲ ਸਿੰਘ ਖਹਿਰਾ ਕਰਕੇ ਇੱਕ ਟਰਮ ਦੇ ਵਿੱਚ, ਯਾਨੀ ਕਿ 5 ਸਾਲਾਂ ਦੇ ਦਰਮਿਆਨ ਆਮ ਆਦਮੀ ਪਾਰਟੀ, ਉਸ ਤੋਂ ਬਾਅਦ ਪੰਜਾਬ ਏਕਤਾ ਪਾਰਟੀ, ਉਸ ਤੋਂ ਬਾਅਦ ਇੱਕ ਇਨ ਬਿਟਵੀਨ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਵੀ ਬਣਾਇਆ ਸੀ, ਫਿਰ ਕਾਂਗਰਸ ਦੇ ਵਿੱਚ ਆਏ ਤੇ ਇੰਨੀਆਂ ਪਾਰਟੀਆਂ ਮੇਰੇ ਖਿਆਲ ਸ਼ਾਇਦ ਕਿਸੇ ਹੋਰ ਨੇ ਵੀ ਨਾ ਬਦਲੀਆਂ ਹੋਣ। ਹੁਣੇ ਆਉਣ ਵਾਲਾ ਸਮਾਂ ਦੱਸੇਗਾ ਕਿ ਅਸਤੀਫੇ ਤੋਂ ਬਾਅਦ ਡਿਸਕੁਆਲੀਫਿਕੇਸ਼ਨ ਤੱਕ ਦਾ ਸਫ਼ਰ ਤੈਅ ਹੋਵੇਗਾ ਸੁਖਪਾਲ ਸਿੰਘ ਖਹਿਰਾ ਦਾ ਜਾਂ ਫਿਰ ਨਹੀਂ, ਕਿਉਂਕਿ ਜੇ ਅਸੀਂ ਸੀਕੁਐਂਸ ਆਫ ਇਵੈਂਟਸ ਦੇਖੀਏ ਤਾਂ ਡਿਸਕੁਆਲੀਫਿਕੇਸ਼ਨ ਪਹਿਲਾਂ ਬਣਦੀ ਹੈ ਤੇ ਅਸਤੀਫਾ ਬਾਅਦ ਦੇ ਵਿੱਚ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ, ਦ ਖਬਰਸਾਰ, ਚੰਡੀਗੜ੍ਹ।